ਕੋਵਿਡ-19 ਇਹ ਵਾਇਰਸ ਇਹ ਸ਼ਬਦ ਲਗਾਤਾਰ ਕਈ ਸਾਲਾਂ ਤੋਂ ਹੁਣ ਤਕਰੀਬਨ 2 ਸਾਲ ਤੋਂ ਵੱਧ ਵਕਤ ਤੋਂ ਤੁਹਾਨੂੰ ਪਰੇਸ਼ਾਨ ਕਰਦਾ ਰਿਹਾ ਹੈ ਤੇ ਕੋਵਿਡ-19 ਤੇ ਹੁਣ ਅਮਰੀਕੀ ਖੋਜਕਰਤਾਵਾਂ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ ਕਿ ਅਮਰੀਕੀ ਸੈਨੇਟ ਦੀ ਰਿਪੋਰਟ ਵਿੱਚ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਲੈਬ ਦੇ ਵਿੱਚ ਰਿਸਰਚ ਤੋਂ ਤਿਆਰ ਹੋਇਆ ਸੀ ਕੋਵਿਡ। ਜੀ ਹਾਂ, ਕੋਰੋਨਾ ਲੈਬ ਦੇ ਵਿੱਚ ਰਿਸਰਚ ਦੌਰਾਨ ਤਿਆਰ ਹੋਇਆ ਸੀ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਜਾਨਵਰਾਂ ਤੋਂ ਕੁਦਰਤੀ ਤੌਰ ਤੇ ਨਹੀਂ ਫੈਲਿਆ ਸੀ ਵਾਇਰਸ। ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਦੇ ਵਿੱਚ ਮਾਮਲੇ ਸਾਹਮਣੇ ਆਏ ਸਨ। ਵੁਹਾਨ ਦੀ ਲੈਬ ਤੋਂ ਕੋਰੋਨਾ ਵਾਇਰਸ ਲੀਕ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਪੂਰੀ ਦੁਨੀਆ ਨੂੰ ਚੀਨ ਤੇ ਹੀ ਸ਼ੱਕ ਸੀ। ਅਮਰੀਕਾ ਦੀਆਂ ਕਈ ਰਿਪੋਰਟਾਂ ਦੇ ਵਿੱਚ ਚੀਨ ਦੇ ਵੱਲ ਇਸ਼ਾਰਾ ਸੀ ਤੇ ਹੁਣ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਲੈਬ ਤੋਂ ਹੀ ਰਿਸਰਚ ਦੌਰਾਨ ਹੀ ਕੋਵਿਡ ਤਿਆਰ ਹੋਇਆ, ਕੋਰੋਨਾ ਵਾਇਰਸ ਤਿਆਰ ਹੋਇਆ। ਇਹ ਕਿਸੇ ਜਾਨਵਰ ਤੋਂ ਇਨਸਾਨਾਂ ਦੇ ਵਿੱਚ ਨਹੀਂ ਸੀ ਫੈਲਿਆ। ਅਮਰੀਕੀ ਸੀਨੇਟ ਦੇ ਸਾਹਮਣੇ ਰਿਪੋਰਟ ਜਿਹੜਾ ਹੈਗਾ ਪੇਸ਼ ਕੀਤੀ ਗਈ ਹੈ। ਖੋਜਕਰਤਾਵਾਂ ਦੀ ਇਹ ਰਿਪੋਰਟ ਜਿਹੜੀ ਅਮਰੀਕੀ ਸੀਨੇਟ ਦੇ ਵਿੱਚ ਰੱਖੀ ਗਈ ਹੈ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਕਿ ਕੀ ਲੈਬ ਦੇ ਵਿੱਚ ਇਸ ਤਰੀਕੇ ਵਾਇਰਸ ਤਿਆਰ ਕੀਤਾ ਜਾ ਰਿਹਾ ਸੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਦਾਅਵਾ ਕੀਤਾ ਗਿਆ ਖੋਜਕਰਤਾਵਾਂ ਦੇ ਵੱਲੋਂ ਕਿ ਵਾਇਰਸ ਜਿਹੜਾ ਹੈਗਾ ਉਹ ਲੈਬ ਐਕਸਪੈਰੀਮੈਂਟ ਲੈਬ ਰਿਸਰਚ ਦੌਰਾਨ ਜਿਹੜਾ ਹੈਗਾ ਸਪਰੈਡ ਹੋਇਆ ਹੈ। ਡਾਕਟਰ ਐਚ.ਕੇ. ਬਾਲੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਡਾਕਟਰ ਬਾਲੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਇਹ ਜਾਣਨਾ ਚਾਹਾਂਗੇ ਜਿਹੜਾ ਅਮਰੀਕਾ ਦੇ ਵਿੱਚ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਖੋਜਕਰਤਾਵਾਂ ਦੇ ਵੱਲੋਂ, ਇਸ ਨੂੰ ਕਿਸ ਤਰੀਕੇ ਸਮਝਿਆ ਜਾਵੇ? देखो, पहली गल तो है कि एक रिव्यू रिपोर्ट है जिहड़ी पब्लिकली अवेलेबल एविडेंस से बेस्ड है। ये कोई ज़्यादा इन्वेस्टिगेशन नहीं की गई क्योंकि चाइना ने अलो नहीं किया बहुत ज़्यादा इन्वेस्टिगेशन करना जी। तो जो साइंटिफिक एविडेंस अवेलेबल है पब्लिक डोमेन से उहदे बेसिस से रिपोर्ट बनी है जी। ये बड़ी देर का साइंटिस्ट का सोचना सीगा कि ये एक रिसर्च इंसीडेंट हो सकता है क्योंकि ਉਹਦੇ ਵਾਸਤੇ ਕਾਫੀ ਔਰ ਇੱਕ ਜ਼ੂਨੋਟਿਕ ਟ੍ਰਾਂਸਮਿਸ਼ਨ ਸ਼ਾਇਦ ਨਹੀਂ ਹੈ ਜਿਹੜਾ ਪਹਿਲੇ ਉਹ ਕਹਿੰਦੇ ਸੀ ਵੁਹਾਨ ਦੀ ਮਾਰਕੀਟ ਤੋਂ ਹੋਇਆ। ਕਿਉਂਕਿ ਜੋ ਐਵੀਡੈਂਸ ਆਂਦਾ ਹੈ ਉਹ ਲੱਗਦਾ ਹੈ ਕਿ ਉੱਥੇ ਰਿਸਰਚ ਤੇ ਚੱਲ ਹੀ ਰਹੀ ਸੀਗੀ ਜੀ। ਇਹ ਤੇ ਪਬਲਿਕ ਡੋਮੇਨ ਚ ਹੈ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਚ ਰਿਸਰਚ ਚੱਲ ਰਹੀ ਸੀ ਕੋਰੋਨਾ ਵਾਇਰਸ ਤੇ ਔਰ ਉੱਥੇ ਇੰਨੇ ਜ਼ਿਆਦਾ ਅੱਛੇ ਸਿਕਿਉਰਿਟੀ ਨਹੀਂ ਸੀਗੇ ਪੈਰਾਮੀਟਰਸ ਉਹਨੂੰ ਬਚਾਉਣ ਦੇ। ਸਾਰੇ all efforts had not been taken to make it fool proof ਜੀ। ਤੀਸਰਾ ਜਿਹੜਾ ਟਾਈਮ ਫਰੇਮ ਹੈ ਇਹਦਾ ਪੈਂਡੈਮਿਕ ਦਾ, ਉਹਨਾਂ ਨੇ ਕਿਹਾ ਕਿ ਫੈਬਰੂਰੀ ਪਹਿਲਾ ਕੇਸ ਆਇਆ ਬਟ ਹੁਣ ਐਵੀਡੈਂਸ ਅਵੇਲੇਬਲ ਹੋਇਆ ਕਿ ਇਵਨ ਬਾਈ ਨਵੰਬਰ ਕੇਸਿਸ ਵਰ ਦੇਅਰ ਔਰ ਉਹਦੇ ਵਿੱਚ ਡਿਲੇਡ ਇਨਫੋਰਮੇਸ਼ਨ ਦਿੱਤੀ ਗਈ, ਉਹਦੇ ਵਿੱਚ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਰਾ ਸੋਚ ਕੇ ਲੱਗਦਾ ਹੈ ਕਿ there is a very reasonable possibility that it may be a research related incident ਜਿੱਥੇ ਰਿਸਰਚ ਹੋ ਰਹੀ ਸੀ ਉੱਥੋਂ ਵਾਇਰਸ ਲੀਕ ਹੋ ਗਿਆ। ਕਿਉਂਕਿ ਜਿਹੜਾ ਪੁਰਾਣੇ ਪਹਿਲੇ ਵੀ ਜਿਹੜੇ ਕੋਰੋਨਾ ਵਾਇਰਸ ਹੋਏ ਆ ਪਹਿਲੇ ਉਹਦੇ ਵਿੱਚ there was a zoonotic transmission ਦਾ ਇੱਕ ਐਵੀਡੈਂਸ ਸੀ ਔਰ ਇੱਕ there was a species ਵਿੱਚ ਜਿੱਥੋਂ ਟ੍ਰਾਂਸਮਿਟ ਹੋਇਆ ਉਹ ਇੱਥੇ ਆਇਡੈਂਟੀਫਾਈ ਨਹੀਂ ਹੋਇਆ। ਉਹਦੇ ਵਾਸਤੇ ਬੜਾ ਡਿਫਰੈਂਟ ਸੀਗਾ ਅਰਲੀਅਰ ਜਿਹੜੇ ਵੀ ਆਊਟਬ੍ਰੇਕ ਛੋਟੇ ਹੋਏ ਸੀਗੇ। ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਔਰ ਟਾਈਮ ਫਰੇਮ ਜਿਹੜਾ the number of evidence that people were trying to get vaccine registered earlier, the rapidity with which all these things happened, ਇਹ ਸਾਰਾ ਇੰਡੀਕੇਟ ਕਰਦਾ ਹੈ ਕਿ ਰਿਸਰਚ ਕਾਫੀ ਦੇਰ ਦੀ ਚੱਲ ਰਹੀ ਸੀਗੀ ਔਰ ਇੱਕ ਰਿਸਰਚ ਰਿਲੇਟਡ ਹੋ ਸਕਦਾ ਹੈ। ਬਟ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਪਬਲਿਕਲੀ ਅਵੇਲੇਬਲ ਐਵੀਡੈਂਸ ਤੇ ਜੋ ਰਿਪੋਰਟ ਤਿਆਰ ਕੀਤੀ ਗਈ ਹੈ ਤੇ ਐਕਸਟੈਂਸਿਵ ਵੁਹਾਨ ਜਾ ਕੇ ਓਰੀਜਨ ਨੂੰ ਦੇਖ ਕੇ ਰਿਪੋਰਟ ਤਿਆਰ ਨਹੀਂ ਕੀਤੀ ਗਈ, ਇਹ ਸਮਝਣਾ ਜ਼ਰੂਰੀ ਹੈ। ਵੁਹਾਨ ਜਾ ਕੇ ਕਿਉਂਕਿ ਇਜਾਜ਼ਤ ਉਸ ਤਰੀਕੇ ਦੀ ਨਹੀਂ ਦਿੱਤੀ ਗਈ ਸੀ ਡਾਕਟਰ ਵਾਲੀ, ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਪ੍ਰੋਪਰ ਤਰੀਕੇ ਉਸ ਲੈਬ ਦੇ ਵਿੱਚ ਜਾ ਕੇ ਔਰ ਪ੍ਰੋਪਰ ਸੈਂਪਲਸ ਕਲੈਕਟ ਇਹ ਇਨਵੈਸਟੀਗੇਟਿਵ ਜਰਨਲ ਇਨਵੈਸਟੀਗੇਸ਼ਨ ਤੇ ਬੇਸ ਨਹੀਂ ਹੈਗੀ ਹੈ। ਇਹ ਸਾਰੀ ਇਨਫੋਰਮੇਸ਼ਨ ਜੋ ਪਬਲਿਕ ਡੋਮੇਨ ਹੈ ਉਹਨੂੰ ਸਾਇੰਟੀਫਿਕਲੀ ਇਵੈਲੂਏਟ ਕਰਕੇ ਰਿਪੋਰਟ ਤਿਆਰ ਕੀਤੀ ਔਰ ਇਹ ਇੰਟਰਿਮ ਰਿਪੋਰਟ ਹੈ। ਫਾਈਨਲ ਰਿਪੋਰਟ ਵਿਲ ਕਮ ਅ ਲਿਟਲ ਲੇਟਰ ਬਟ ਇਹ ਕਾਫੀ ਹੱਦ ਤੱਕ ਇਹਨੂੰ ਬਿਲੀਵੇਬਲ ਇਟ ਅਪੀਅਰਸ ਟੂ ਬੀ ਬਿਲੀਵੇਬਲ। ਡਾਕਟਰ ਵਾਲੀ, ਇੱਕ ਸਵਾਲ ਇਹ ਵੀ ਹੈ ਕਿ ਚਾਈਨਾ ਦਾ ਜਿਸ ਤਰੀਕੇ ਦਾ ਇੱਕ ਐਟੀਟਿਊਡ ਰਿਹਾ ਹੈ ਹੁਣ ਤੱਕ ਦਾ ਓਵਰਆਲ ਥਰੂ ਆਊਟ ਪ੍ਰੋਸੈਸ ਦੇ ਵਿੱਚ ਵੀ ਔਰ ਇਸ ਵਾਇਰਸ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਚਾਈਨਾ ਖੁਦ ਇਸ ਚੀਜ਼ ਨੂੰ ਫੇਸ ਵੀ ਕਰ ਰਿਹਾ ਸੀਗਾ ਪਰ ਬਹੁਤ ਸਾਰੀ ਚੀਜ਼ਾਂ ਅਜਿਹੀਆਂ ਸੀਗੀ ਜਿਸ ਨੂੰ ਹਾਈਡ ਆਊਟ ਵੀ ਕਰ ਰਿਹਾ ਸੀ। ਉਸ ਦੇ ਵਿੱਚ ਇਹ ਜਿਹੜੀ ਇੰਟਰਿਮ ਰਿਪੋਰਟ ਹੈ ਕਿ ਕਿਤੇ ਨਾ ਕਿਤੇ ਹੋਰ ਜ਼ਿਆਦਾ ਪੁਖਤਾ ਕਰ ਰਹੀ ਹੈ ਉਸ ਚੀਜ਼ ਨੂੰ ਕਿ ਮੇਬੀ ਇਹ ਬਹੁਤ ਵੱਡੀ ਪੋਸੀਬਿਲਿਟੀ, ਜਿਸ ਤਰੀਕੇ ਤੁਸੀਂ ਵੀ ਕਹਿ ਰਹੇ ਹੋ ਕਿ ਇਸ ਤੇ ਯਕੀਨ ਕੀਤਾ ਜਾ ਸਕਦਾ ਹੈ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਜਿਹੜੀਆਂ ਚੀਜ਼ਾਂ ਆਈਆਂ ਨੇ ਉਸ ਦੇ ਆਧਾਰ ਤੇ ਦਾਅਵਾ ਕੀਤਾ ਜਾ ਰਿਹਾ ਕਿ ਵਾਇਰਸ ਹੁਣ
ਵਾਇਰਸ ਮੈਨ ਮੇਡ ਹੋ ਸਕਦਾ ਹੈ ਡਾਕਟਰ ਬਾਲੀ, ਜਾਂ ਇਹ ਸਮਝਿਆ ਜਾਵੇ ਕਿ ਕਿਸੇ ਜਾਨਵਰ ਤੋਂ ਕੋਈ ਵਾਇਰਸ ਮਿਲਿਆ ਸੀਗਾ, ਉਸ ਤੇ ਰਿਸਰਚ ਹੋ ਰਹੀ ਸੀਗੀ ਔਰ ਉਸ ਦੌਰਾਨ ਇਸ ਤਰੀਕੇ ਦੀ ਚੀਜ਼ਾਂ ਹੋਈਆਂ? ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਚਾਈਨਾ ਦਾ ਰੋਲ ਜਿਹੜਾ ਬੜਾ ਡੂਬੀਅਸ ਰਿਹਾ ਇਹਦੇ ਵਿੱਚ ਰਾਈਟ ਫਰਮ ਦੀ ਬਿਗਨਿੰਗ। ਜਦ ਤੋਂ ਇਹ ਪਹਿਲਾ ਕੇਸ ਆਇਆ ਉਹਦੇ ਬਾਅਦ ਸਾਇੰਟਿਸਟ ਜਿਹਨੇ ਹੂ ਵਾਜ਼ ਅ ਵਿਸਲ ਬਲੋਅਰ, ਜਿਹਨੇ ਪਹਿਲੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਮਥਿੰਗ ਇਜ਼ ਰੋਂਗ, ਹੁਣ ਉਹ ਡਿਸਅਪੀਅਰ ਹੋ ਗਿਆ। ਉਹਦੇ ਬਾਅਦ WHO ਤੇ ਪ੍ਰੈਸ਼ਰ ਪਾਇਆ ਗਿਆ ਐਂਡ WHO's ਰੋਲ ਇਜ਼ ਆਲਸੋ ਵੈਰੀ ਡੂਬੀਅਸ ਬਿਕਾਜ਼ ਦੇयर इज ਲੋਟ ਆਫ ਫੰਡਿੰਗ ਕਮਸ ਫਰਮ ਚਾਈਨਾ। ਸੋ ਇਹ ਚਾਈਨਾ ਨੇ ਉਹਨੂੰ ਬੜਾ ਟਾਈਮ ਲਿਆ, ਫੈਬਰਰੀ ਜਾ ਕੇ ਦੁਨੀਆ ਨੂੰ ਦੱਸਿਆ ਕਿ ਲੀਕ ਹੋਇਆ, ਔਰ ਉਹਦੇ ਬਾਅਦ ਵੀ ਕਵਰ ਅਪ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਅੱਜ ਤੱਕ ਵੀ ਉਹਨਾਂ ਨੇ ਕਿਸੇ ਇੰਟਰਨੈਸ਼ਨਲ ਇੰਡੀਪੈਂਡੈਂਟ ਏਜੰਸੀ ਨੂੰ ਅਲਾਉ ਨਹੀਂ ਕੀਤਾ ਕਿ ਉੱਥੇ ਜਾ ਕੇ ਉਹ ਪੂਰੀ ਤਰ੍ਹਾਂ ਸਟੱਡੀ ਕਰਨ। there was some little study by WHO ਜਿੱਥੇ ਉਹਨਾਂ ਨੇ ਕਲੀਅਰੈਂਸ ਦੇ ਉਹਨੂੰ ਦੇ ਦਿੱਤਾ ਕਿ ਕਲੀਨ ਚਿਟ ਦੇ ਦਿੱਤੀ, ਬਟ ਚਾਈਨਾ ਦਾ ਰੋਲ ਇਜ਼ ਵੈਰੀ ਡੂਬੀਅਸ ਔਰ ਉਹਨਾਂ ਨੇ ਆਪ ਵੀ ਸਫਰ ਕੀਤਾ। ਅਜੇ ਵੀ ਚਾਈਨਾ ਵਿੱਚ ਕੇਸਿਸ ਹੈਗੇ ਆ। ਮੈਨੂੰ ਲੱਗਦਾ ਕਿ ਚਾਈਨਾ ਹੈਜ਼ ਪਲੇਡ ਅ ਵੈਰੀ I would say dubious role in the whole episode and it has affected the world peace, world health और इन्वेस्टिगेशन होनी चाहिए थी। बट आजकल पॉलिटिकल इश्यूज इतने ज़्यादा होंगे हैं कि चाइना इज ए वेरी इंपॉर्टेंट पावर एंड इट कैन ब्लॉक, उन्होंने ब्लॉक करके रखा है। बट एक बड़ी डिस्टिंक्ट पॉसिबिलिटी है कि एक कोरोना के ऊपर रिसर्च हो रही सी बिकॉज कोरोना वायरस नॉर्मल होंगे है जोड़े जीनोटिक्स होंगे है ਉਹਦੇ ਤੇ ਰਿਸਰਚ ਹੋ ਰਹੀ ਸੀ ਐਂਡ ਸਮਵੇਅਰ ਉਹ ਰਿਸਰਚ ਵਿੱਚ ਸੇਫਟੀ ਪ੍ਰੀਕਾਸ਼ਨ ਨਹੀਂ ਲੈਣ ਦੇ ਕਾਰਨ ਉਹ ਸ਼ਾਇਦ ਲੀਕ ਹੋ ਗਿਆ ਔਰ ਉਸ ਕਰਕੇ ਉਹ ਸਪਰੈਡ ਕਰ ਗਿਆ, ਕਿਉਂਕਿ ਸਰਕਮਸਟੈਂਸ਼ੀਅਲ ਐਵੀਡੈਂਸ ਬੜਾ ਸਟਰੋਂਗਲੀ ਇੰਡੀਕੇਟ ਕਰਦਾ ਕਿ ਕਿਸ ਤਰੀਕੇ ਦਾ ਵਾਇਰਸ ਆਇਆ ਔਰ ਉਹਨੇ ਕਿਸ ਤਰ੍ਹਾਂ ਅੱਗੇ ਜਾ ਕੇ ਸਪਰੈਡ ਕੀਤਾ ਔਰ ਉਹਦੇ ਵਿੱਚ ਕੋਈ ਜ਼ੂਨੋਟਿਕ ਸਾਨੂੰ ਟ੍ਰਾਂਸਮਿਸ਼ਨ ਦਾ ਐਵੀਡੈਂਸ ਨਹੀਂ ਮਿਲਿਆ, ਕੋਈ ਜ਼ੂਨੋਟਿਕ ਐਨੀਮਲ ਨਹੀਂ ਮਿਲਿਆ ਕਿ ਜਿਹੜਾ ਇੱਕ ਇੰਟਰਮੀਡੀਏਰੀ ਹੋਣਾ ਬੜਾ ਜ਼ਰੂਰੀ ਹੈ। ਇਹ ਸਾਰੀ ਚੀਜ਼ਾਂ ਦੇਖ ਕੇ ਲੱਗਦਾ ਹੈ कि एक बड़ी डिस्टिंक्ट पॉसिबिलिटी है कि शायद एक रिसर्च रिलेटेड लीक हो सके। ਡਾਕਟਰ ਸਾਹਿਬ ਇੱਕ ਚੀਜ਼ ਹੋਰ, ਜਿਹੜਾ ਸਾਰਸ-CoV ਜਿਹੜਾ ਇਸ ਨੂੰ ਨਾਂ ਦਿੱਤਾ ਗਿਆ ਸੀਗਾ SARS-CoV-2, ਸਾਰਸ ਆਲਰੇਡੀ ਇਸ ਰਿਪੋਰਟ ਦੇ ਵਿੱਚ ਵੀ ਜਿਹੜਾ ਥੋੜਾ ਜ਼ਿਕਰ ਹੈਗਾ ਕਿ 2002 ਤੋਂ 2004 ਦੇ ਵਿਚਾਲੇ ਜਿਹੜੀ ਸਿਚੁਏਸ਼ਨ ਸੀਗੀ ਉਸ ਦੇ ਵਿੱਚ ਸਾਰਸ ਦੇ ਉੱਤੇ ਰਿਸਰਚ ਚੱਲ ਰਹੀ ਸੀਗੀ। ਹੁਣ ਕੋਵਿਡ ਨੂੰ ਅਸੀਂ ਕਿਸ ਤਰੀਕੇ ਹੁਣ ਐਟ ਪ੍ਰੈਜ਼ੈਂਟ ਜੇਕਰ ਦੇਖਿਆ ਜਾਵੇ, ਕਿਉਂਕਿ 2 ਸਾਲ ਤਾਂ ਇਸ ਤਰ੍ਹਾਂ ਦੇ ਰਹੇ ਹੈ ਕਿ ਸਾਰਾ ਕੁਝ ਕੋਵਿਡ ਦੀ ਵਜ੍ਹਾ ਕਰਕੇ ਜਾਂ ਤਾਂ ਬਲੌਕ ਹੋ ਗਿਆ ਜਾਂ ਫਿਰ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ, ਉਹ ਸਿਚੁਏਸ਼ਨ ਵੀ ਪੂਰੇ ਮੁਲਕ ਨੇ ਨਹੀਂ ਪੂਰੀ ਦੁਨੀਆ ਨੇ ਫੇਸ ਕੀਤੀਆਂ ਨੇ। ਹੁਣ ਇਸ ਨੂੰ ਅਸੀਂ ਕੀ ਸਮਝੀਏ ਕਿ ਸਾਰਸ ਦਾ ਹੀ ਇੱਕ ਹੋਰ ਐਡਵਾਂਸ ਵਰਜ਼ਨ ਔਰ ਜਿਸ ਤੇ ਹੁਣ ਕਿਸੇ ਹੱਦ ਤੱਕ ਪ੍ਰੀਕਾਸ਼ਨਰੀ ਦਵਾਈਆਂ ਦੇ ਕੇ ਜਾਂ ਪ੍ਰੀਵੈਂਟਰੀ ਜਿਹੜੇ ਮੈਜ਼ਰ ਸੀਗੇ ਉਹ ਕਰਕੇ ਕਾਬੂ ਪਾ ਲਿਆ ਗਿਆ ਹੈ, ਜਿਹੜਾ ਇੱਕ ਹੁਣ ਨੋਰਮਲ ਇੱਕ ਫਲੂ ਵਿੱਚ ਆ ਗਿਆ। ਇਸ ਨੂੰ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਵਿੱਚ ਕਿਸ ਤਰੀਕੇ ਸਮਝੀਏ? ਇਸ ਤਰ੍ਹਾਂ ਦੇਖਦੇ ਕਿ ਪਹਿਲੀ ਗੱਲ ਹੈ ਕਿ ਇਹ ਪੈਂਡੇਮਿਕ ਓਵਰ ਨਹੀਂ ਹੋਇਆ, देयर आर स्टिल स्पॉराडिक केसेस occurring जी, और क्योंकि ਹੁਣ ਅਸੀਂ ਵਾਇਰਸ ਨੂੰ ਅੱਛੀ ਤਰ੍ਹਾਂ ਅੰਡਰਸਟੈਂਡ ਕਰਦੇ ਹਾਂ ਔਰ ਰਿਸਪੌਂਸ ਵਾਇਰਸ ਨੂੰ ਵੀ ਅੱਛੀ ਤਰ੍ਹਾਂ ਰਿਸਪੌਂਡ ਕਰਦੇ ਹਾਂ, ਹੁਣ ਸਾਨੂੰ ਅੱਛੀ ਵੈਕਸੀਨ ਬਣਾਉਣ ਦੀ ਵੀ ਕੈਪੇਬਿਲਿਟੀ ਹੋ ਜਾਣੀ ਚਾਹੀਦੀ ਹੈ। ਪਹਿਲੀ ਵਾਰੀ ਤਾਂ ਫਸਟ ਜਨਰੇਸ਼ਨ ਵੈਕਸੀਨ ਬਣੀ ਸੀਗੀ, ਉਹ ਬੜੀ ਰੈਪਿਡਲੀ ਬਣਾਉਣੀ ਪਈ, ਹੁਣ ਵੈਕਸੀਨ ਵੀ ਅੱਛੀ ਬਣ ਜਾਂਦੀ। ਤਾਂ ਇਹ ਪੋਸੀਬਲ ਹੈ ਕਿ ਵੀ ਹੈਵ ਟੂ ਲਿਵ ਵਿਦ ਇਟ ਕਿ ਦੇਰ ਮੇ ਵੀ ਜਿਸ ਤਰ੍ਹਾਂ ਅਸੀਂ ਫਲੂ ਦਾ ਸ਼ਾਟ ਲੈਂਦੇ ਹਾਂ ਉਸ ਤਰ੍ਹਾਂ ਅਸੀਂ ਇਹਦਾ ਵੀ ਵੈਕਸੀਨੇਸ਼ਨ ਲੈ ਕੇ ਬੂਸਟਰ ਲੈਂਦੇ ਰਹੀਏ। ਸੋ that is what it is going to be part of our just like flu, but ਸਾਨੂੰ ਅਜੇ ਵੀ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ ਕਿਉਂਕਿ there are still ਨਏ ਵੇਰੀਐਂਟ ਆ ਰਹੇ। ਇਨਫੈਕਟ ਟਿਲ ਲਾਸਟ ਵੀਕ ਇਟ ਵਾਸ ਸਸਪੈਕਟਡ ਕਿ ਸ਼ਾਇਦ ਦੀਵਾਲੀ ਦੇ ਅਰਾਊਂਡ ਇੱਕ ਹੋਰ ਨया ਵੇਰੀਐਂਟ ਆ ਕੇ ਇਫੈਕਟ ਕਰੇਗਾ, ਜਿਹਦੀ ਟ੍ਰਾਂਸਮਿਸਿਬਿਲਿਟੀ ਜ਼ਿਆਦਾ ਹੋਏਗੀ, ਇਨਫੈਕਟਿਵਿਟੀ ਸ਼ਾਇਦ ਕਮ ਹੋਏ, ਬਟ ਇਹ ਇੱਕ ਪਾਰਟ ਆਫ ਲਾਈਫ ਬਣ ਸਕਦਾ ਔਰ ਸਾਨੂੰ ਵੀ ਵਿਲ ਹੈਵ ਟੂ ਲਿਵ ਵਿਦ ਇਟ ਔਰ ਸਾਨੂੰ ਸਾਰੀ ਪ੍ਰੀਕਾਸ਼ਨ ਲੈਣੀਆਂ ਪੈਣੀਆਂ ਔਰ ਵੈਕਸੀਨ ਵੁੱਡ ਬਿਕਮ ਅ ਵੈਰੀ ਇੰਪੋਰਟੈਂਟ ਪਾਰਟ ਆਫ ਆਵਰ ਰਿਸਪੌਂਸ। ਡਾਕਟਰ ਸਾਹਿਬ ਇੱਕ ਆਖਰੀ ਸਵਾਲ, ਚਾਈਨਾ ਤੇ US ਦੇ ਵਿਚਾਲੇ ਜਦੋਂ ਇਹ ਕੋਵਿਡ ਆਊਟਬ੍ਰੇਕ ਹੁੰਦਾ ਹੈ ਉਸ ਤੋਂ ਪਹਿਲਾਂ ਦੀ ਸਿਚੁਏਸ਼ਨ ਜਿਹੜੀ ਸੀ ਕਿ ਬੜਾ ਇੱਕ ਇਕਨੋਮਿਕ ਫਰੰਟ ਤੇ ਦੋਵੇਂ ਕੰਟਰੀਜ਼ ਦੇ ਵਿਚਾਲੇ ਇੱਕ ਵਾਰ ਚੱਲ ਰਿਹਾ ਸੀਗਾ, ਦੋਵੇਂ ਇੱਕ ਦੂਜੇ ਤੇ ਸੈਂਕਸ਼ਨਸ ਜਿਹੜਾ ਹੈਗਾ ਲਾ ਰਹੇ ਸੀਗੇ, ਇੱਕ ਦੂਜੇ ਦੇ ਪ੍ਰੋਡਕਟ ਨੂੰ ਬੈਨ ਕਰ ਰਹੇ ਸੀਗੇ। ਫਿਰ ਕੋਵਿਡ ਆਉਂਦਾ ਹੈ ਔਰ ਕੋਵਿਡ ਤੋਂ ਬਾਅਦ ਉਸ ਵੇਲੇ ਜਿਹੜੇ ਅਮਰੀਕੀ ਰਾਸ਼ਟਰਪਤੀ ਸੀਗੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਇਹ ਚਾਈਨੀਜ਼ ਵਾਇਰਸ ਹੈ। ਡੋਨਾਲਡ ਟਰੰਪ ਨੇ ਜਿਸ ਤਰੀਕੇ ਚਾਈਨੀਜ਼ ਵਾਇਰਸ ਦਾ ਇਸ ਨੂੰ ਨਾਂ ਦਿੱਤਾ ਸੀਗਾ ਔਰ ਬੜਾ ਇਸ ਦੀ ਚਾਈਨਾ ਨੇ ਬੜਾ ਇਤਰਾਜ਼ ਜ਼ਾਹਿਰ ਕੀਤਾ ਸੀ। ਹੁਣ ਕਿਉਂਕਿ ਰਿਪੋਰਟ ਅਮਰੀਕੀ ਸੀਨੇਟ ਦੇ ਵਿੱਚ ਪੇਸ਼ ਹੋਈ ਹੈ, ਅਮਰੀਕੀ ਸੀਨੇਟ ਦੇ ਵਿੱਚ ਇੱਕ ਕਲੇਮ ਹੋਣਾ ਕਿ ਐਵੀਡੈਂਸ ਜਿਹੜੇ ਨੇ ਪਬਲਿਕਲੀ ਐਵੀਡੈਂਸ ਜਿਹੜੇ ਨੇ ਉਸ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਲੈਬ ਦੇ ਵਿੱਚੋਂ ਰਿਸਰਚ ਦੌਰਾਨ ਇਹ ਵਾਇਰਸ ਆਊਟਬ੍ਰੇਕ ਹੋਇਆ ਹੈ।
ਉਸ ਸਿਚੁਏਸ਼ਨ ਦੇ ਨਾਲ ਰਿਲੇਟ ਕਰਕੇ ਜੇ ਇਸ ਨੂੰ ਦੇਖਿਆ ਜਾਵੇ ਤਾਂ ਉਸ ਹਾਲਾਤ ਦੇ ਵਿੱਚ ਕਿੰਨਾ ਕੁ ਕੀ ਇਹ ਸੰਭਾਵਨਾ ਹੈਗੀ ਹੈ ਕਿ ਅਮਰੀਕਾ ਹੁਣ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਸਿਚੁਏਸ਼ਨ? ਦੇਖੋ ਥੋੜਾ ਦੇਰ ਇਜ਼ ਅ ਪੋਲੀਟੀਕਲ ਐਂਗਲ ਟੂ ਇਟ ਆਲਸੋ, ਕਿਉਂਕਿ ਚਾਈਨਾ ਤੇ ਅਮਰੀਕਾ ਦੀ ਐਡਵਰਸਿਟੀ ਜਿਹੜੀ ਹੈ ਫਾਰ ਸੁਪਰਮੈਸੀ ਐਜ਼ ਸੁਪਰ ਪਾਵਰ ਉਹ ਤੇ ਕਾਫੀ ਸਾਲਾਂ ਤੋਂ ਚੱਲ ਰਹੀ ਹੈ, ਔਰ ਅੱਜ ਦੇ ਦਿਨ 'ਚ ਚਾਈਨਾ ਬੜੀ ਇੰਪॉर्टेंट कंट्री है और इकोनॉमिक एंगल भी है बिकॉज चाइना इज अ वेरी इंपॉर्टेंट कंट्रीब्यूटर टू द इकोनॉमी ऑफ द वर्ल्ड। तो वो ਜਿਹੜੀ ਚੱਲ ਰਹੀ ਹੈ ਚਾਈਨਾ ਤੇ ਅਮਰੀਕਾ ਦੇ ਵਿੱਚ, ਉਹ ਅਗਰ ਤੁਸੀਂ ਦੇਖਿਆ ਹੋਏਗਾ ਕਿ ਸ਼ੀ ਜਿਨਪਿੰਗ ਨਾਓ ਸੀਸੀ ਉਹਨਾਂ ਨੂੰ ਟਰਮ ਮਿਲ ਗਈ ਹੈ, ਔਰ ਉਹਦੇ ਬਾਅਦ ਉਹਨਾਂ ਦੇ ਫਾਰਨ ਮਿਨਿਸਟਰ ਨੇ ਰਸ਼ੀਆ ਦੇ ਫਾਰਨ ਮਿਨਿਸਟਰ ਨਾਲ ਵੀ ਗੱਲ ਕੀਤੀ ਹੈ। ਸੋ ਦੇयर इज अ पोलराइजेशन व्हिच इज टेकिंग प्लेस on one side America and America-led countries, और दूसरी China and Russia countries। एक कोल्ड वार ਜਿਹੜੀ ਹੈ we are into cold war, और ਇਹ ਵੱਧਦੀ ਜਾਏਗੀ। ਸ਼ੀ ਜਿਨਪਿੰਗ ਜਿੰਨੀ ਦੇਰ ਹੈ ਇਹ ਵੱਧਦੀ ਜਾਏਗੀ, ਔਰ ਇਹਦੇ ਵਿੱਚ ਇਹ ਕੋਵਿਡ ਵਿਲ ਬੀ ਪਲੇਇੰਗ ਐਨ ਇੰਪੋਰਟੈਂਟ ਰੋਲ, ਕਿਉਂਕਿ ਉਹਨਾਂ ਨੇ ਸੈਨੇਟ ਵਿੱਚ ਰੱਖਿਆ ਹੈ। there will be a lot of discussion on this thing, there will be a very brutal response from China, and ਇਹ ਵਧੇਗੀ ਗੱਲ। और मैंने लगता है कि ਵਧਣੀ भी चाहिए थी, क्योंकि चाइना शुड बी हेल्ड रिस्पॉन्सिबल। अगर उन्होंने गलती की है बाय एन एक्ट ऑफ कमीशन और इवन बाय एन एक्ट ऑफ कमीशन, so they should be held responsible and accountability should be established, because इन्नी ज़्यादा ਲੱਖਾਂ ਦੇ ਤਾਦਾਦ ਤੇ ਮੌਤਾਂ ਹੋਈਆਂ और कई फैमिलियाँ ख़त्म हो गई हैं, और वर्ल्ड इकानमी शैटर हो गई है, बिल्कुल स्टैंड स्टिल ते आ गई सी। तो ਉਹਦੇ ਵਾਸਤੇ ਅਗਰ ਚਾਈਨਾ ਦਾ ਰੋਲ ਹੈ ਤਾਂ ਉਹ ਦੈਟ ਸ਼ੁਡ ਬੀ ਕਾਰਡ ਆਊਟ। ਉਹਦੇ ਵਿੱਚ ਮੈਂ ਸਮਝਦਾ ਕਿ ਇਹ ਦਿਸ ਇਜ਼ ਓਨਲੀ ਦ ਬਿਗਨਿੰਗ, ਇਟ ਵਿਲ ਹੀਟ ਅਪ, ਔਰ ਇਹ ਇੱਕ ਕੋਲਡ ਵਾਰ ਦਾ ਇੱਕ ਇੰਪੋਰਟੈਂਟ ਕੰਪੋਨੈਂਟ ਹੋਏਗਾ ਕਿ फाइट बिटवीन चाइना एंड यूएस। जी बहुत बहुत शुक्रिया डॉक्टर बाली साडे नाल गल करन दे लई। डॉक्टर एच के बाली साहब साडे नाल गल कर रहे सी और बहुत डिटेल दे विच असीं गल कीती है कि ਇਹ ਰਿਪੋਰਟ ਜਿਹੜੀ ਹੈ ਇਸ ਦੇ ਕਿੰਨੇ ਆਸਪੈਕਟ ਨੇ। ਇੱਕ ਆਸਪੈਕਟ ਤਾਂ ਇਹ ਹੈ ਕਿ ਇਹ ਰਿਪੋਰਟ ਜਿਹੜੀ ਹੈਗੀ ਹੈ, ਕਿਉਂਕਿ ਜਿਸ ਤਰੀਕੇ ਡਾਕਟਰ ਸਾਹਿਬ ਦੱਸ ਰਹੇ ਸੀਗੇ ਕਿ ਇਨਵੈਸਟੀਗੇਟਿਵ ਰਿਪੋਰਟ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਵੁਹਾਨ ਲੈਬ ਦੇ ਵਿੱਚ ਚਾਈਨਾ ਨੇ ਕਿਸੇ ਨੂੰ ਐਂਟਰੀ ਦਿੱਤੀ ਹੋਏ, ਉੱਥੋਂ ਐਵੀਡੈਂਸ ਕਲੈਕਟ ਕੀਤੇ ਗਏ ਹੋਣ, ਐਵੀਡੈਂਸ ਦੇ ਬੇਸ ਤੇ ਰਿਪੋਰਟ ਬਣਾਈ ਗਈ ਹੋਏ, ਅਜਿਹਾ ਨਹੀਂ ਹੈ। ਦੂਜੀ ਗੱਲ, ਪਬਲਿਕਲੀ ਜਿਹੜੀ ਚੀਜ਼ਾਂ ਅਵੇਲੇਬਲ ਨੇ ਉਸ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਗਈ ਹੈ। ਪਬਲਿਕ ਡੋਮੇਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਯਾਨੀ ਲੋਕਾਂ ਸਾਹਮਣੇ ਜਿਹੜੀਆਂ ਚੀਜ਼ਾਂ ਆ ਚੁੱਕੀਆਂ ਨੇ, ਉਸ ਦੇ ਆਧਾਰ ਤੇ ਰਿਪੋਰਟ ਜਿਹੜਾ ਹੈਗਾ ਉਹ ਤਿਆਰ ਕੀਤੀ ਗਈ, ਔਰ ਰਿਪੋਰਟ ਜਿਹੜਾ ਹੈਗਾ ਅਮਰੀਕੀ ਸੈਨੇਟ ਵਿੱਚ ਪੇਸ਼ ਕੀਤੀ ਗਈ ਹੈ। ਹੁਣ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਚਾਈਨਾ ਕੀ ਕਹਿੰਦਾ ਹੈ, ਚਾਈਨਾ ਵੱਲੋਂ ਕਿਹੜੀ ਸਫਾਈ ਦਿੱਤੀ ਜਾਂਦੀ ਹੈ, ਚਾਈਨਾ ਕੀ ਕੋਈ ਰਿਐਕਟ ਕਰਦਾ ਹੈ, ਪਹਿਲੀ ਗੱਲ। ਦੂਜਾ, ਅਮਰੀਕਾ ਇਸ ਰਿਪੋਰਟ ਨੂੰ ਲੈ ਕੇ ਕਿਸ ਤਰੀਕੇ ਰਿਐਕਟ ਕਰਦਾ ਹੈ, ਕਿਉਂਕਿ ਅਮਰੀਕਾ ਵੀ ਲਗਾਤਾਰ ਇੱਕ ਪ੍ਰੈਸ਼ਰ ਬਿਲਡਅਪ ਕਰ ਰਿਹਾ ਸੀਗਾ, ਲਗਾਤਾਰ ਇਹ ਮੰਗ ਕਰ ਰਿਹਾ ਸੀਗਾ ਕਿ ਚਾਈਨਾ ਤੇ ਪੂਰਾ ਇੰਟਰਨੈਸ਼ਨਲ ਲੈਵਲ ਤੇ ਕਾਰਵਾਈ ਜਿਹੜਾ ਹੈਗਾ ਚਾਈਨਾ ਦੇ ਖਿਲਾਫ ਹੋਵੇ। ਪਰ ਉਸ ਦੇ ਪਿੱਛੇ ਕਿਤੇ ਨਾ ਕਿਤੇ ਇੱਕ ਇਕਨੋਮਿਕ ਵਾਰ ਵੀ ਹੈਗੀ ਹੈ, ਪੋਲੀਟੀਕਲ ਵਾਰ ਵੀ ਹੋ ਗਈ ਹੈ। ਸੋ ਕੁੱਲ ਮਿਲਾ ਕੇ ਇਹ ਹੈਗਾ ਕਿ ਕੋਵਿਡ ਦੀ ਜਿਹੜੀ ਇੱਕ ਰਿਪੋਰਟ ਆਈ ਹੈ, ਫਿਲਹਾਲ ਦੀ ਕੜੀ ਆਈ ਹੈ, ਉਹ ਇਸ ਵੇਲੇ ਚਰਚਾ ਦੇ ਵਿੱਚ ਹੈ, ਕਿਉਂਕਿ ਉਸ ਦੇ ਵਿੱਚ ਦਾਅਵਾ ਹੈ ਕਿ ਲੈਬ ਚੋਂ ਤਿਆਰ ਕੀਤਾ ਗਿਆ ਵਾਇਰਸ